ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਰੇਡੀਓ ਸਿੰਘਨਾਦ ਹੈ। ਅੱਜ 2 ਪੋਹ ਸੰਮਤ 555 ਨਾਨਕਸ਼ਾਹੀ ਦੇ ਮੁਤਾਬਿਕ ਦਿਨ ਹੈ ਜੀ ਸ਼ੁੱਕਰਵਾਰ 15 ਦਸੰਬਰ 2023। ਸ਼ਾਮ ਦੇ ਗੁਰਬਾਣੀ ਵਿਚਾਰ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ 'ਚ ਹਾਜ਼ਰ ਹੋ ਗਿਆ ਜਸਵੀਰ ਸਿੰਘ। ਸਾਰੇ ਹੀ ਸੁਣਨ ਵਾਲਿਆਂ ਨੂੰ ਜਿਉਂ ਐ ਆਖਦਾ ਹੋਇਆ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ 'ਚ ਅਰਦਾਸ ਬੇਨਤੀ ਹੈ, ਸੱਚੇ ਪਾਤਸ਼ਾਹ ਮੇਰਾ ਕੰਨ ਪਰਿਵਾਰਾਂ ਨੂੰ ਸੁੱਖ ਸ਼ਾਂਤੀ ਤੰਦਰੁਸਤੀ ਚੜ੍ਹਦੀ ਕਲਾ ਨਾਮਦਾਨ ਬੱਚਿਆਂ ਦੀਆਂ ਲੰਮੀਆਂ ਉਮਰਾਂ ਆਪਸੀ ਪਿਆਰ ਮੁਹੱਬਤ ਦੀ ਦਾਤ ਬਖਸ਼ਿਸ਼ ਕਰਕੇ ਮੇਰੇ ਮਾਲਕ ਨਿਹਾਲ ਖਾਨ। ਇਹ ਜੋ ਆਵਾਜ਼ ਹੈ ਇਹ ਆਵਾਜ਼ ਤੁਹਾਡੀ ਆਪਣੀ ਆਵਾਜ਼ ਹੈ। ਇਸ ਆਵਾਜ਼ ਦਾ ਮਿਸ਼ਨ ਹੈ ਪੈ ਕਾਹੂ ਕੋ ਦੇਤ ਨਹਿ ਪੈਮਾਨ ਧਿਆਨ। ਅਤੇ ਸਾਡੇ ਸਾਰੇ ਪ੍ਰੋਗਰਾਮ ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ ਦੇ ਸਿਧਾਂਤ ਨੂੰ ਸਮਰਪਿਤ ਹੁੰਦੇ ਨੇ। ਬਹੁਤ ਬਹੁਤ ਧੰਨਵਾਦ ਉਸ ਮਾਲਕ ਦਾ ਜਿਸ ਨੇ ਸਾਨੂੰ ਇਹ ਮੀਡੀਆ ਬਖਸ਼ਿਸ਼ ਕੀਤਾ ਹੈ, ਅਤੇ ਤੁਹਾਡਾ ਵੀ ਬਹੁਤ ਧੰਨਵਾਦ ਜੋ ਤੁਸੀਂ ਪਿਆਰ ਸਤਿਕਾਰ ਅਤੇ ਸਹਿਯੋਗ ਦੇ ਨਾਲ ਇਸ ਪ੍ਰਵਾਹ ਨੂੰ ਘਰ ਘਰ ਤੱਕ ਪਹੁੰਚਾ ਰਹੇ ਹੋ। ਅਤੇ ਆਸ ਹੈ ਕਿ ਆਉਣ ਵਾਲੇ ਸਮੇਂ ਵਿੱਚ ਵੀ ਇਸੇ ਤਰ੍ਹਾਂ ਇਸ ਪ੍ਰਵਾਹ ਨੂੰ ਜਾਰੀ ਰੱਖਿਆ ਜਾਵੇਗਾ। ਅਤੇ ਦਾਸ ਵਾਸਤੇ ਕੀਤੀਆਂ ਗਈਆਂ ਅਰਦਾਸਾਂ ਬੇਨਤੀਆਂ ਉਸ ਮਾਲਕ ਦੇ ਚਰਨਾਂ 'ਚ ਬਹੁਤ ਬਹੁਤ ਧੰਨਵਾਦ। ਆਓ ਪ੍ਰੋਗਰਾਮ ਕਰੀਏ ਸ਼ੁਰੂ। ਮੇਰੇ ਪਾਤਸ਼ਾਹ ਰਹਿਮਤਾਂ ਕਰਨ। ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦਿਓ ਹੈ ਢਾਰ। ਦੇਵ ਗੰਧਾਰੀ ਦਾ ਇਹ ਸ਼ਬਦ ਗੁਰੂ ਮਹਾਰਾਜ ਜੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਸ਼ਬਦ ਨੇ। ਭਾਵੇਂ ਇਸ ਦੇ ਨਾਲ ਮਹਲਾ ਨਹੀਂ ਲਿਖਿਆ, ਪਰ ਜਦੋਂ ਰਾਗ ਦੇਵ ਗੰਧਾਰੀ ਸ਼ੁਰੂ ਹੁੰਦਾ 527 ਅੰਕ 'ਤੇ, ਉੱਥੇ ਹੈਡਿੰਗ ਹੈ ਰਾਗ ਦੇਵ ਗੰਧਾਰੀ ਮਹਲਾ ਚੌਥਾ ਘਰ ਪਹਿਲਾ। ਅਤੇ ਜੋ ਸ਼ਬਦ ਗਾਇਨ ਕੀਤਾ ਜਾ ਰਿਹਾ ਹੈ ਇਹ ਚੌਥਾ ਸ਼ਬਦ ਹੈ। ਸ਼ਬਦ ਸ਼ੁਰੂ ਹੁੰਦਾ ਹੈ ਅਬ ਹਮ ਚਲੀ ਠਾਕਰ ਪੈ ਹਾਰ ਕੇ ਥੱਕ ਕੇ, ਸਾਰੇ ਆਸਰੇ ਛੱਡ ਕੇ ਪਾਤਸ਼ਾਹ ਕਹਿੰਦੇ ਨੇ ਕਿ ਮੈਂ ਹੁਣ ਉਸ ਮਾਲਕ ਪ੍ਰਭੂ ਅਕਾਲ ਪੁਰਖ ਵਾਹਿਗੁਰੂ ਜੀ ਦੀ ਸ਼ਰਨ ਆ ਗਿਆ। ਤੇ ਜਬ ਹਮ ਸ਼ਰਨ ਪ੍ਰਭੂ ਕੀ ਆਈ, ਰਾਖ ਪ੍ਰਭੂ ਪਾਵੇ ਮਾਰ। ਹੁਣ ਜਦ ਮੈਂ ਉਹਦੀ ਸ਼ਰਨ 'ਚ ਆਏ ਗਿਆ ਤੇ ਹੁਣ ਤੇਰੀ ਮਰਜ਼ੀ ਆ, ਜਿੱਦਾਂ ਤੇਰੀ ਰਜ਼ਾ ਆ ਉਦਾਂ ਹੀ ਤੂੰ ਰੱਖ, ਭਾਵੇਂ ਚਾਹੇ ਮੈਨੂੰ ਰੱਖ ਚਾਹੇ ਮੈਨੂੰ ਮਾਰ। ਤੇ ਪਹਿਲੇ ਬੰਦ 'ਚ ਪਾਤਸ਼ਾਹ ਕਹਿੰਦੇ ਨੇ ਲੋਕਨ ਕੀ ਚਤਰਾਈ ਉਪਮਾ ਤੇ ਬੈਸੰਤਰ ਜਾਰ। ਮੈਂ ਦੁਨੀਆ ਵਾਲੀ ਸਿਆਣਪ ਤੇ ਦੁਨੀਆ ਵਾਲੀ ਵਡਿਆਈ ਇਹਨਾਂ ਨੂੰ ਮੈਂ ਅੱਗ ਵਿੱਚ ਸਾੜ ਦਿੱਤਾ, ਭਾਵ ਛੱਡ ਦਿੱਤਾ। ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦੀ ਉਹ ਹੈ ਢਾਰ। ਢਾਰ ਕੀ ਹੈ? ਢਾਲ ਦਿੱਤਾ, ਭਾਵ ਭੇਟਾ ਕਰਤਾ। ਚਾਹੇ ਮੈਨੂੰ ਕੋਈ ਮਾੜਾ ਕਹੇ ਚਾਹੇ ਚੰਗਾ ਕਹੇ, ਪਰ ਮੈਂ ਤਾਂ ਆਪਣਾ ਜਿਹੜਾ ਸਰੀਰ ਹੈ ਉਹ ਤਾਂ ਉਸ ਵਾਹਿਗੁਰੂ ਜੀ ਦੇ ਚਰਨਾਂ 'ਚ ਭੇਟ ਕਰਤਾ। ਜੋ ਆਵਤ ਸ਼ਰਨ ਠਾਕਰ ਪ੍ਰਭ ਤੁਮਰੀ, ਤਿਸ ਰਾਖੋ ਤੇ ਕਿਰਪਾ ਧਾਰ। ਹੇ ਵਾਹਿਗੁਰੂ ਜੀ, ਹੇ ਮੇਰੇ ਮਾਲਕ ਜੀ, ਮੈਨੂੰ ਮੇਰੇ ਗੁਰੂ ਨੇ ਇੱਕ ਗੱਲ ਦੱਸੀ ਆ। ਉਹ ਕੀ? ਵੀ ਜੋ ਤੇਰੀ ਸ਼ਰਨ 'ਚ ਆ ਪੈਂਦਾ ਨਾ, ਤੂੰ ਉਹਦੀ ਰੱਖਿਆ ਕਰਦਾ ਮਿਹਰ ਕਰਕੇ। ਜਨ ਨਾਨਕ
शरण तुम्हारी हर जियो राखो लाज मुरार। गुरु रामदास पातशाह कहते ने, हे भाई मैं भी उस अकाल पुरख वाहिगुरू जी की शरण आ गया। हे सच्चे पातशाह हुण मेरी भी इज्जत रख। तो वो इज्जत रखदा। हुण पर ਉਹਦੇ ਵਿੱਚ ਅਸੀਂ ਗੁਰੂ ਦੀ ਗੱਲ ਜਿਹੜੀ ਆ ਉਹ ਵੀ ਦੇਖਣਾ ਵੀ ਗੁਰੂ ਕੀ ਕਹਿ ਰਿਹਾ। ਇੱਜ਼ਤ ਤੇਰੀ ਮੈਂ ਰੱਖੂੰਗਾ ਪਾਤਸ਼ਾਹ ਕਹਿੰਦੇ ਨੇ, ਪਰ ਤੈਨੂੰ ਕਰਨਾ ਕੀ ਪਏਗਾ। ਤੇ ਉਹਦੇ ਲਈ ਹੁਣ ਉਹ ਵੀ ਸਾਨੂੰ ਧਿਆਨ ਰੱਖਣਾ ਪੈਣਾ ਵੀ ਕਰਨਾ ਕੀ ਪਊਗਾ ਜੀ। ਸਭ ਤੋਂ ਵੱਡੀ ਚੀਜ਼ ਕੀ ਹੈ, ਅਸੀਂ ਜਿਹੜੀ ਆਪਣੀ ਆਤਮਿਕ ਅਵਸਥਾ ਹੈ ਉਹਨੂੰ ਉੱਚਾ ਚੁੱਕਣਾ। ਭਾਵ ਸਪਿਰਚੁਅਲੀ ਆਤਮਿਕ ਤੌਰ ਤੇ ਅਸੀਂ ਇਹਦੀ ਉਸਾਰੀ ਕਰਨੀ ਆ। ਤੇ ਜਿਹੜਾ ਇਹਦਾ ਮਾਰਗ ਹੈ ਨਾ, ਇਹ ਸੌਖਾ ਨਹੀਂ ਹੈ। ਸਰਦਾਰ ਹਰਜੀਤ ਸਿੰਘ ਜੀ ਦੇ ਕਥਨ ਦੇ ਮੁਤਾਬਕ ਗੁਰਮਤਿ ਅਨੁਸਾਰ ਮਨੁੱਖ ਦਾ ਜੀਵਨ ਉਦੇਸ਼ ਵਾਹਿਗੁਰੂ ਦਾ ਸੰਜੋਗ ਪ੍ਰਾਪਤ ਕਰਨਾ ਹੈ, ਭਾਵ ਯੂਨੀਅਨ। ਪਰ ਇਹ ਕੋਈ ਅਜਿਹੀ ਗੱਲ ਨਹੀਂ ਜੋ ਛੂ ਮੰਤਰ ਕੀਤਿਆਂ ਸਹਿਜੇ ਹੀ ਪਾਈ ਜਾ ਸਕੇ। ਇਸ ਲਈ ਵੱਡੀਆਂ ਘਾਲਣਾ ਘਾਲਣ ਦੀ ਲੋੜ ਹੈ। ਜਦੋਂ ਸਧਾਰਨ ਦੁਨਿਆਵੀ ਪਦਾਰਥ ਹਾਸਲ ਕਰਨ ਲਈ ਮਿਹਨਤ ਕਰਨੀ ਜ਼ਰੂਰੀ ਹੈ ਤੇ ਕਮਾਈ ਕੀਤੇ ਬਿਨਾਂ ਕੋਈ ਚੀਜ਼ ਨਹੀਂ ਮਿਲ ਸਕਦੀ। ਜੇਤੀ ਸਿਰਠ ਉਪਾਈ ਵੇਖਾਂ ਵਿਣ ਕਰਮਾਂ ਕੇ ਮਿਲੇ ਲਈ। ਤਾਂ ਵਿਛੜੀ ਹੋਈ ਆਤਮਾ ਬਿਨਾਂ ਕਾਲ ਘਾਲਿਆਂ ਵਾਹਿਗੁਰੂ ਨੂੰ ਕਿਵੇਂ ਮਿਲ ਸਕਦੀ ਹੈ। ਇਸ ਦੇ ਲਈ ਕੀ ਘਾਲ ਘਾਲੀ ਜਾਵੇ, ਇਸ ਦਾ ਨਿਰਣਾ ਵੀ ਮੇਰੇ ਪਾਤਸ਼ਾਹ ਨੇ ਜਪਜੀ ਸਾਹਿਬ ਦੇ ਅੰਦਰ ਕੀਤਾ। ਤੇ ਇਸ ਨੂੰ 5 ਵੱਖੋ ਵੱਖ ਸਿਰਲੇਖਾਂ ਹੇਠ ਖੰਡ ਦਾ ਨਾਮ ਦੇ ਕੇ ਵਰਣਨ ਕੀਤਾ ਗਿਆ। ਇਹ ਸਿਰਲੇਖ ਕੀ ਨੇ, ਇਹ ਸਟੇਜਸ ਕੀ ਨੇ? ਧਰਮਖੰਡ, ਗਿਆਨਖੰਡ, ਸ਼ਰਮਖੰਡ, ਕਰਮਖੰਡ, ਸੱਚਖੰਡ। ਵਿਚਾਰਵਾਨ ਸੱਜਣਾ ਨੇ ਇਹਨਾਂ ਨੂੰ ਆਤਮਕ ਉਸਾਰੀ, ਐਵੋਲੂਸ਼ਨ ਆਫ ਸੋਲ ਦੀਆਂ 5 ਪੌੜੀਆਂ ਕਿਹਾ। ਜਿਸ ਤਰ੍ਹਾਂ ਇੱਕ ਪੌੜੀ ਚੜ੍ਹਨ ਮਗਰੋਂ ਦੂਜੀ, ਫਿਰ ਤੀਜੀ, ਚੌਥੀ ਤੇ 5ਵੀਂ ਇੱਦਾਂ ਚੜ੍ਹੀਦਾ ਨਾ ਪੌੜੀਆਂ ਤੇ, ਹਰੇਕ ਪੌੜੇ ਤੇ ਪੈਰ ਰੱਖ ਰੱਖ ਕੇ। ਇਸੇ ਤਰ੍ਹਾਂ ਜਦੋਂ ਧਰਮਖੰਡ ਦੀ ਜਿਹੜੀ ਕਾਲ ਹੈ ਉਹ ਪੂਰੀ ਹੋ ਜਾ ਤੇ ਗਿਆਨਖੰਡ ਦੀ ਕਾਲ ਫਿਰ ਸ਼ੁਰੂ ਹੁੰਦੀ ਹੈ। ਤੇ ਜਦੋਂ ਗਿਆਨਖੰਡ ਦੀ ਸਟੇਜ ਮਿਲ ਜਾਂਦੀ ਹੈ ਤੇ ਫਿਰ ਉਸ ਦੀ ਪ੍ਰਾਪਤੀ ਤੋਂ ਬਾਅਦ ਸ਼ਰਮਖੰਡ, ਫਿਰ ਇਸੇ ਤਰ੍ਹਾਂ ਕਰਮਖੰਡ, ਫਿਰ ਸੱਚਖੰਡ। ਭਾਵੇਂ ਇਹ ਵਿਚਾਰ ਵੀ ਅਰਥ ਭਰਪੂਰ ਹੈ, ਪਰ ਜੇਕਰ ਦਰਜਾ ਬਦਰਜਾ ਉੱਪਰ ਜਾਣ ਦੇ ਖਿਆਲ ਨੂੰ ਦ੍ਰਿੜ ਕਰ ਲਿਆ ਜਾਏ ਤਾਂ ਮਨੁੱਖਾ ਜੀਵਨ ਕਾਲ ਅੰਦਰ ਸ਼ਾਇਦ ਕੋਈ ਅਜਿਹਾ ਭਾਗਾਂ ਭਰਿਆ ਸੱਜਣ ਮਿਲੇ ਜੋ ਤਰਤੀਬਵਾਰ ਪਹਿਲਾਂ 4 ਪੌੜੀਆਂ ਚੜ੍ਹਨ ਮਗਰੋਂ 5ਵੀਂ ਤੇ ਪੁੱਜ ਗਿਆ ਹੋਵੇ। ਸਿਆਣਿਆਂ ਦਾ ਕਥਨ ਹੈ, ਮਨੁੱਖ ਸਾਰੀ ਉਮਰ ਹੀ ਸਿੱਖ ਰਹਿੰਦਾ ਹੈ। ਇਹ ਕਦੀ ਨਹੀਂ ਕਹਿ ਸਕਦਾ ਕਿ ਮੈਂ ਸੰਪੂਰਨਤਾ ਨੂੰ ਪੁੱਜ ਗਿਆ। ਗੁਰਬਾਣੀ ਅੰਦਰ ਵੀ 2 ਸ਼ਬਦ, ਗੁਰੂ ਤੇ ਸਿੱਖ। ਗੁਰੂ ਹਮੇਸ਼ਾ ਪ੍ਰਕਾਸ਼ ਤੇ ਸਿੱਖਿਆ ਦਾਤਾ, ਸਿੱਖ ਹਮੇਸ਼ਾ ਪ੍ਰਕਾਸ਼ ਤੇ ਸਿੱਖਿਆ ਲੈਂਦਾ ਹੈ। ਸਿੱਖ ਦੇ ਅਰਥ ਸਿੱਖਿਆ ਲੈਣ ਦੇ ਹਨ। ਸਿੱਖ ਸਾਰਾ ਜੀਵਨ ਹੀ ਸਿੱਖਦਾ ਹੈ ਅਤੇ ਗੁਰੂ ਦੀ ਸਿੱਖਿਆ ਅਨੁਸਾਰ ਹਮੇਸ਼ਾ ਘਾਲ ਘਾਲਦਾ ਰਹਿੰਦਾ। ਅਜਿਹੀ ਹਾਲਤ ਵਿੱਚ ਕਿਸੇ ਦਾ ਐਸੀ ਸਥਿਤੀ ਤੇ ਪੁੱਜ ਜਾਣਾ ਜਿੱਥੇ ਘਾਲ ਮੁੱਕ ਜਾਵੇ, ਭਾਵ ਜਿਸ ਤਰ੍ਹਾਂ ਕਿ ਸੱਚਖੰਡ ਦਾ ਭਾਵ ਆਮ ਤੌਰ ਤੇ ਲਿਆ ਜਾਂਦਾ ਹੈ, ਸਿੱਖੀ ਅਨੁਕੂਲ, ਭਾਵ ਸਿੱਖ ਲਾਈਫ ਨਹੀਂ। ਮਨੁੱਖਾ ਜੀਵਨ ਕਾਲ ਅੰਦਰ ਇਉਂ ਸੋਚਣਾ
कि धर्मखंड की पौड़ी लंघ के ज्ञानखंड की पौड़ी आवेगी तो इउं चलते चलते सचखंड पुजांगे? ठीक नहीं। ये जीव 5 खंडां दा समूहक चित्र है ते मनुख इक्को काल अंदर 5 खंड वासी बनता है। धरती धर्मशाल ते रहिंदा होया वो सारा जीवन धर्मखंड दा समझिया जावेगा। ज्ञान नॉलेज भी सारा जीवन लगा देण नाल मुकदा नहीं। शर्मखंड दी घाड़त भी बेहिसाबी विशाल है। इसी तरह कर्मखंड ते सचखंड दे विचार हैं। सो पौड़ी वार एक पौड़ी तो दूजी पौड़ी, फिर तीजी पौड़ी, फिर चौथी ते पंजवीं। चढ़ाई चढ़न का कोई सवाल ही नहीं पैदा होंदा। भावें एक खंड का विचार दूजे नूं ग्रहण करन ਜਾਂ एक दे संबंध में उठाया कदम दूजे अंदर उठाए जाने वाले कदम में सहायता करता है, पर खालसा जी पंजा अंदर वो सारी समान ही करनी पवेगी, इको जिही। जिस तरह मोटर का पहिया, कार का पहिया ठीक तरह पधरा कसन लई पहिए के सारे नट इक्को जिहे कसने पैंदे ने, जां 5 पिलर्स 5 थंमां वाली इमारत की मजबूती लई उन्हां नूं इक्को जिहा रख के छत पै सकदी है, जां जिस तरह 5 उंगलियां की इक्को जी वरतों नाल ही बुरकी मूँह च पाई जाती है। इसी तरह मनुखी आत्मा की 5 पक्षी उसारी एक सार ते नालों नाल करन नाल ही आत्मा ते अकाल पुरख के मिलाप का रास्ता तय कर सकती है। इस विचार नूं पूरी तरह समझण लई 5 खंडां दा वक्-वक् अध्ययन जपजी साहिब जी की बाणी दे विच है। आओ उसके उपर थोड़ी जी आपां झात मारीए। पहला की है धर्मखंड। इस खंड अंदर धर्म की घालना घड़ी जानी है, भाव अपने फर्ज की पालना करनी है। मनुख ने जीवन की हर स्थिति भाव हर स्टेज ते ये जांचना है कि उसका धर्म, उसकी ड्यूटी, उसका फर्ज की है। वो टब्बर का अंग है, किसी विशेष भाईचारे ते समाज नाल उसका संबंध है, किसी कौम का वो नौ निहाल है। सारे मनुखों अंदर वो एक मनुख है। इन्हां सारियां वाल उसका कुछ धर्म है, फर्ज है। माता पिता, स्त्री, बच्चे, भैन भरा, उसका भाईचारा, समाज, देश ते कौम, बल्कि सारी मनुखता नाल उसका वखरा वखरा फर्ज है, जिसनूं उसने पूरी योग्यता नाल निभाउणा है। उसका अपने शरीर ते अपनी आत्मा वाल भी कुछ धर्म है, ते जिस सिरजनहार ने उसनूं मनुख बना के कई तरह के सुख दिते हैं, उस वाल भी उसका धर्म है। उस दे इस तरह इन्ने धर्म भाव इन्नियां ड्यूटीज हैं जिन्होंने पूरा करना धर्मखंड का वासी होने की हैसीयत विच उस लई जरूरी है। वो इन्हां नूं पूरा करता है या नहीं, इसनूं जांचण वाला धर्म का अपना स्वरूप है, जिन्हों असीं कहंदे हां ड्यूटी परसोनीफाइड। सत्त सौ 799 अंक ते पातशाह कहंदे ने धर्म दलाल पाए निशान ਅਤੇ ਉਸ ਵੱਲੋਂ ਨਿਭਾਏ ਧਰਮਾਂ ਤੇ ਜਿਨ੍ਹਾਂ ਦੇ ਨਿਭਾਉਣ ਵੱਲੋਂ ਉਹ ਅਵੇਸਲਾ ਰਿਹਾ ਹੈ, ਦੋਨੋਂ ਆਪਣਾ ਨਿਸ਼ਾਨ ਕੀ ਹੈ, ਪ੍ਰਭਾਵ ਕੀ ਹੈ, ਅਸਰ ਉਸ ਦੀ ਆਤਮਾ ਤੇ ਛੱਡਦੇ ਨੇ। ਇਹ ਕਿਸੇ ਕੋਲੋਂ ਪੁੱਛਣ ਦੀ ਲੋੜ ਨਹੀਂ ਕਿ ਉਸ ਦਾ ਵਰਤਾਰਾ ਕੈਸਾ ਰਿਹਾ ਹੈ। ਕਿਉਂ? ਕਿਉਂਕਿ ਉਸ ਦੇ ਕੀਤੇ ਹੋਏ ਕੰਮ ਖੁਦ ਉਸ ਦੀ ਗਵਾਹੀ ਦਿੰਦੇ ਨੇ। ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ 351 अंक ते पाप पुन दोए साखी पास। ते जपजी साहब अंदर पातशाह की कहंदे ने करमी करमी होए विचार,
ਜਾਂ ਕੱਚ ਪਕਾਈ ਉੱਥੇ ਪਾਏ। ਇਹ ਧਰਮਖੰਡ ਦਾ ਵਰਤਾਰਾ। ਇਹ ਵਰਤਾਰਾ ਮਨੁੱਖ ਦੀ ਹੋਸ਼ ਸੰਭਾਲਣ ਤੋਂ ਮਰਨ ਤੱਕ ਜਾਰੀ ਰਹਿੰਦਾ, ਜਾਰੀ ਰੱਖਣ ਦੀ ਲੋੜ ਹੈ। ਤੇ ਸੋ ਸਾਰਾ ਮਨੁੱਖਾ ਜੀਵਨ ਹੀ ਧਰਮਖੰਡ ਹੈ। ਆਪਣੇ ਧਰਮ, ਫਰਜ਼, ਡਿਊਟੀ ਦੀ ਪਛਾਣ ਤੇ ਉਸ ਨੂੰ ਆਪਣਾ ਧਰਮ ਜਾਣ ਕੇ ਪੂਰਾ ਕਰਨਾ ਮਨੁੱਖ ਦਾ ਕਰਮ ਹੈ। ਇਹ ਇਨਸਾਨ, ਇਹ ਮਨੁੱਖ ਕਦੇ ਨਹੀਂ ਕਹਿ ਸਕਦਾ ਕਿ ਉਸਦੇ ਧਰਮ, ਫਰਜ਼, ਡਿਊਟੀਜ਼ ਮੁੱਕ ਗਏ ਨੇ। ਇਸ ਲਈ ਧਰਮਖੰਡ ਕੇਵਲ ਪਹਿਲੀ ਪੌੜੀ ਨਹੀਂ, ਸਗੋਂ ਆਪਣਾ ਧਰਮ ਪੂਰਾ ਕਰਨ ਦਾ ਵਿਚਾਰ ਸਦਾ ਹੀ ਉਸਦੇ ਸਾਹਮਣੇ ਹੈ। ਹਾਂ, ਪਹਿਲਾਂ ਇਸ ਸ਼ਕਲ ਵਿੱਚ ਜ਼ਰੂਰ ਹੈ ਕਿ ਉਹ ਆਪਣਾ ਧਰਮ ਪੂਰਾ ਕਰਨਾ ਮਨੁੱਖ ਦਾ ਸਭ ਤੋਂ ਮੁੱਖ ਕਰਮ ਹੋਣਾ ਚਾਹੀਦਾ ਹੈ, ਜਿਸ ਦੇ ਅੰਦਰ ਆਪਣੇ ਧਰਮ, ਆਪਣੀ ਡਿਊਟੀ, ਆਪਣੇ ਫਰਜ਼ ਦੀ ਪਛਾਣ ਨੂੰ ਅਤੇ ਉਸ ਨੂੰ ਪੂਰਾ ਕਰਨ ਦਾ ਉਮਾਹ ਤੇ ਉਦਮ ਨਹੀਂ, ਉਸ ਦੇ ਅੰਦਰ ਅਗਲੇ 4 ਖੰਡਾਂ ਦੀ ਸੂਝ ਨਹੀਂ ਜਾਗ ਸਕਦੀ। ਤੇ ਉਹ ਨਾ ਦੁਨੀਆ ਦੇ ਕਿਸੇ ਖੇਤਰ ਅੰਦਰ, ਨਾ ਵਾਹਿਗੁਰੂ ਦੇ ਹਜ਼ੂਰ ਸਨਮਾਨਿਆ ਜਾ ਸਕਦਾ ਹੈ। ਸੋ ਮਨੁੱਖ ਦਾ ਮੁੱਖ ਕਰਮ ਆਪਣੇ ਫਰਜ਼ਾਂ ਦੀ ਪਛਾਣ ਤੇ ਉਹਨਾਂ ਨੂੰ ਪੂਰਾ ਕਰਨਾ ਹੈ। ਦੂਜਾ, ਗਿਆਨ ਖੰਡ। ਜੋ ਮਨੁੱਖ ਹਮੇਸ਼ਾ ਆਪਣੇ ਧਰਮ ਨੂੰ ਪੂਰੇ ਤੌਰ ਤੇ ਨਿਭਾਉਂਦਾ ਹੈ, ਉਸ ਦੇ ਅੰਦਰ ਨਿਰਮਲ ਗਿਆਨ ਹੋ ਜਾਂਦਾ ਤੇ ਉਸ ਦੇ ਅੰਦਰ ਆਪਣੇ ਨਿਭਾਏ ਹੋਏ ਧਰਮ ਦੀ ਖੁਸ਼ੀ ਹੁੰਦੀ ਹੈ। ਅਜਿਹੀ ਖੁਸ਼ੀ ਮਨ ਨੂੰ ਉਜਲਾ ਕਰਦੀ ਹੈ ਤੇ ਐਸਾ ਮਨੁੱਖ ਆਪਣੇ ਅੰਦਰ ਚਾਨਣਾ ਮਹਿਸੂਸ ਕਰਦਾ ਹੈ। ਇਹੋ ਉਸ ਦੇ ਆਪਣੇ ਅੰਦਰ ਦਾ ਪ੍ਰਕਾਸ਼ ਉਸ ਦੇ ਲਈ ਗਿਆਨ ਪ੍ਰਾਪਤੀ ਦਾ ਦਰ ਖੋਲ੍ਹਦਾ ਹੈ। ਉਸ ਨੂੰ ਸ੍ਰਿਸ਼ਟੀ ਦੀ ਸਾਰੀ ਉਪਜ ਆਪਣਾ ਧਰਮ ਕਮਾਉਣ ਵਿੱਚ ਲੱਗ ਰਹੀ ਪ੍ਰਤੀਤ ਹੁੰਦੀ ਹੈ। ਉਹ ਦੇਖਦਾ ਹੈ ਹਵਾ, ਪਾਣੀ, ਅੱਗ, ਚੰਦ, ਸੂਰਜ, ਵਰਖਾ, ਸਭ ਖਾਣੀਆਂ ਦੇ ਜੀਵ ਜੰਤੂ ਆਪਣਾ ਆਪਣਾ ਧਰਮ ਪੂਰਾ ਕਰ ਰਹੇ ਨੇ। ਵਾਹਿਗੁਰੂ ਨੇ ਸਭ ਨੂੰ ਆਪੋ ਆਪ ਆਰੇ ਲਾ ਰੱਖਿਆ। ਧਰਮਖੰਡ ਦਾ ਵਾਸੀ ਮਨੁੱਖ ਜਿਵੇਂ ਜਿਵੇਂ ਵਾਹਿਗੁਰੂ ਦੀ ਲੀਲਾ ਬਾਰੇ ਸੋਚਦਾ ਹੈ, ਉਸ ਨੂੰ ਇਹ ਹੋਰ ਅਪਾਰ ਲੱਗਦੀ ਹੈ। ਬਹੁਤਾ ਕਹੀਏ, ਬਹੁਤਾ ਹੋਏ, ਅਤੇ ਉਸ ਦਾ ਗਿਆਨ ਹੋਰ ਵਾਧਾ ਹੁੰਦਾ ਹੈ। ਇਸ ਤਰ੍ਹਾਂ ਜਿਸ ਤਰ੍ਹਾਂ ਅਜੋਕੇ ਸਾਇੰਸਦਾਨਾਂ ਦਾ ਸ੍ਰਿਸ਼ਟੀ ਬਾਰੇ ਗਿਆਨ ਚੰਦ ਫੇਰੀ ਮਗਰੋਂ ਹੋਰ ਵਿਸ਼ਾਲ ਹੁੰਦਾ ਜਾ ਰਿਹਾ, ਇਸੇ ਤਰ੍ਹਾਂ ਧਰਮਖੰਡ ਤੇ ਗਿਆਨ ਖੰਡ ਦਾ ਪੰਧਾਊ ਮੁਸਾਫਰ ਇਹ ਪ੍ਰਤੀਤ ਕਰਦਾ ਹੈ ਕਿ ਧਰਤੀ ਧਰਮਸਾਲ ਹੀ ਇੱਕੋ ਕਰਮ ਭੂਮੀ ਨਹੀਂ, ਬਲਕਿ ਕੇਤੀਆਂ ਕਰਮ ਭੂਮੀ ਹੋਰ ਹਨ, ਜਿਨ੍ਹਾਂ ਵਿੱਚ ਵਸਣ ਵਾਲਿਆਂ ਦੀ ਉਪਜ ਵੀ ਇਸ ਧਰਤੀ ਦੀ 4 ਖਾਣੀ ਉਪਜ ਤੱਕ ਸੀਮਿਤ ਨਹੀਂ, ਸਗੋਂ ਅਨੇਕ ਹੋਰ ਉਤਪਤੀ ਦੇ ਤਰੀਕੇ, ਕੇਤੀਆਂ ਖਾਣੀ, ਕੇਤੀਆਂ ਬਾਣੀ, ਕੇਤੇ ਪਾਤ ਨਰਿੰਦ, ਅਤੇ ਉਹਨਾਂ ਦੇ ਇੱਕ ਦੂਜੇ ਨੂੰ ਸਮਝਾਉਣ ਲਈ ਉਹਨਾਂ ਦੀਆਂ ਬੋਲੀਆਂ ਵੀ ਅਨੇਕ ਹਨ। ਇਸੇ ਤਰ੍ਹਾਂ ਸਾਰੀਆਂ ਕਰਮ ਭੂਮੀਆਂ ਦੇ ਦੇਵੀ ਦੇਵਤੇ, ਪੌਣ, ਪਾਣੀ, ਅਗਨੀ ਤੇ ਸੂਰਜ, ਚੰਦ, ਉਹ ਵੀ ਉਹਨਾਂ ਦੇ ਆਪੋ ਆਪਣੇ ਹੋਣਗੇ। ਇਹ ਸਾਰੀ ਰਚਨਾ ਇਤਨੀ ਵਿਸ਼ਾਲ ਹੈ ਕਿ ਇਸ ਦੀ ਪੂਰੀ ਸੂਝ ਮੁਸ਼ਕਲ ਹੈ। ਜਿਵੇਂ ਜਿਵੇਂ ਮਨੁੱਖ ਦਾ ਰਚਨਾ ਬਾਰੇ ਗਿਆਨ ਵੱਧਦਾ ਹੈ, ਇਸ ਦੀ ਹੈਰਾਨੀ ਦੀ ਵੀ ਕੋਈ ਹੱਦ ਨਹੀਂ ਰਹਿੰਦੀ ਤੇ ਇਸ ਗਿਆਨ ਦੇ ਆਨੰਦ ਵਿੱਚ ਮਸਤ ਇਹ ਇਤਨੀ ਵਿਸ਼ਾਲ ਰਚਨਾ ਦੇ ਸਿਰਜਣਹਾਰ ਬਾਰੇ ਵਾਹ ਵਾਹ ਤੋਂ ਬਿਨਾਂ ਹੋਰ ਕੁਝ ਨਹੀਂ ਕਹਿ ਸਕਦਾ। ਜਿਸ ਤਰ੍ਹਾਂ ਧਰਮ ਦੀ ਕੀਤੀ ਕਮਾਈ ਤੋਂ ਖੁਸ਼ੀ ਤੇ ਆਤਮਾ ਨਿਰਮਲ ਤੇ ਉੱਜੜ ਹੁੰਦੀ ਹੈ, ਇਉਂ ਹੀ ਗਿਆਨ ਪ੍ਰਾਪਤੀ ਪ੍ਰਚੰਡਤਾ ਤੇ ਆਨੰਦ ਉਸ ਨੂੰ ਵਿਸਮਾਦੀ ਦਸ਼ਾ ਅੰਦਰ ਲੈ ਜਾਂਦੇ ਹਨ ਤੇ ਉਸ ਦੀ ਆਤਮਾ ਨੂੰ ਰਹੱਸਮਈ ਰੂਪ ਚੜ੍ਹ ਜਾਂਦਾ ਹੈ। ਤੀਜਾ ਹੈ ਸ਼ਰਮਖੰਡ। ਸੰਸਕ੍ਰਿਤ ਵਿੱਚ ਇਸ ਦਾ ਉਚਾਰਨ ਹੈ ਸ਼ਰਮਖੰਡ। ਧਰਮ ਦੀ ਕਮਾਈ ਤੇ ਗਿਆਨ ਤੋਂ ਪੈਦਾ ਹੋਈ ਹੈਰਾਨੀ, ਭਾਵ ਵਿਸਮਾਦ ਦੀ ਦਸ਼ਾ ਤੋਂ ਇੱਕ ਸਰੂਰ ਜਿਹਾ ਪੈਦਾ ਹੁੰਦਾ ਹੈ। ਇੱਕ ਡੂੰਘੇ ਆਤਮਕ ਆਨੰਦ ਦਾ ਸਰੂਰ ਹੈ ਜੋ ਆਤਮਾ ਨੂੰ ਸੁੰਦਰਤਾ ਬਖਸ਼ਦਾ ਹੈ। ਸਤਿਗੁਰੂ ਜੀ ਇਸ ਨੂੰ ਸ਼ਰਮਖੰਡ ਕਹਿੰਦੇ ਨੇ, ਭਾਵ ਰੈਲਮ ਆਫ ਬਲਿਸ, ਕਿਉਂਕਿ ਇਸ ਵਿੱਚ ਆਤਮਾ ਦੀ ਅਨੂਪ ਘਾੜਤ ਹੁੰਦੀ ਹੈ।
इस स्थिति ते इस स्टेज ते पुजे हुए मनुख दी जिहड़ी सुरत आ कॉन्शियसनैस ते मत अंडरस्टैंडिंग, मन माइंड, बुद्ध रीजन ਦੀ ਸੋਹਣੀ ਘਾੜਤ ਘੜੀ ਦੀ ਹੈ। ਉਸ ਦੇ ਅੰਦਰ ਇੰਨੀ ਜਾਗਰਤੀ ਤੇ ਚਾਨਣਾ ਹੋ ਜਾਂਦਾ ਹੈ ਕਿ ਜਿਸ ਤਰ੍ਹਾਂ ਸੁਰਾਂ ਤੇ ਸਿੱਧਾਂ ਭਾਵ ਸੇਜਸ ਐਂਡ ਸੀਅਰਸ ਦੇ ਅੰਦਰ ਹੁੰਦਾ ਹੈ। ਆਤਮਾ ਦਾ ਆਪਣਾ ਸਰੂਰ ਮਨੁੱਖ ਦੀ ਸੁਰਤੀ ਨੂੰ ਉੱਚਿਆਂ ਤੇ ਸੂਝ ਨੂੰ ਤੇਜ਼ ਕਰਦਾ ਹੈ, ਮਨ ਨੂੰ ਟਿਕਾਓ ਵਿੱਚ ਲਿਆਉਂਦਾ ਤੇ ਬੁੱਧੀ ਨੂੰ ਤੀਖਣਤਾ ਬਖਸ਼ਦਾ ਹੈ ਅਤੇ ਉਹ ਸਿੱਧਤਾ ਪ੍ਰਾਪਤੀ ਦੀ ਦਸ਼ਾ ਨੂੰ ਪੁੱਜਿਆ ਹੋਇਆ ਦੇਵ ਸਰੂਪ ਕੀ ਹੈ? ਸੁਪਰ ਹਿਊਮਨ ਪਦ ਤੇ ਸਥਿਤ ਹੁੰਦਾ ਹੈ। ਪ੍ਰਗਟ ਤੌਰ ਤੇ ਸ਼ਰਮਖੰਡ ਦੀ ਵਿਸਮਾਦੀ ਸਰੂਰ ਵਾਲੀ ਸਥਿਤੀ ਸੁਰਤ ਮਨ ਬੁੱਧ ਦੀ ਜਾਗਰਤ ਵਾਲੀ ਦਸ਼ਾ ਨਾਲ ਮੇਲ ਖਾਂਦੀ ਨਹੀਂ ਦਿਸਦੀ। ਸਰੂਰ ਤੇ ਜਾਗਰਤ ਆਪੋ ਵਿੱਚ ਵਿਰੋਧੀ ਸਥਿਤੀਆਂ ਲੱਗਦੀਆਂ ਨੇ। ਅਸਲ ਵਿੱਚ ਗਿਆਨ ਦੀ ਵਿਸ਼ਾਲਤਾ ਤੋਂ ਪ੍ਰਭਾਵਿਤ ਹੋਏ ਮਨ ਬੁੱਧ ਵਾਹਿਗੁਰੂ ਜੀ ਦੀ ਅਪਾਰ ਲੀਲਾ ਨੂੰ ਤੱਕ ਕੇ ਹੈਰਾਨ ਹੁੰਦੇ ਅਤੇ ਅਜਿਹੇ ਅਕਹਿ ਰਸ ਅੰਦਰ ਲੀਨ ਹੋ ਜਾਂਦੇ ਨੇ ਕਿ ਜਿਸ ਜਾਗਰਤ ਨੇ ਵਿਸਮਾਦੀ ਦਸ਼ਾ ਪੈਦਾ ਕੀਤੀ ਸੀ ਉਹ ਆਪੋ ਵਿਸਮਾਦ ਰੂਪ ਹੋ ਜਾਂਦੀ ਹੈ। 1362 ਅੰਕ ਤੇ ਦਰਜ ਹੈ। ਸੁੰਦਰ ਪੁਰਖ ਬਿਰਾਜਤ ਪੇਖ ਮਨ ਬੰਚਲਾ ਜਾਂ 776 ਅੰਕ ਤੇ ਦਰਜ ਹੈ। ਮੇਰੇ ਹਿਰਦੈ ਸੁਧ ਬੁੱਧ ਵਿਸਰ ਗਈ ਮਨ ਆਸਾ ਚਿੰਤ ਵਿਸਾਰਿਆ। ਚੌਥਾ ਕੀ ਹੈ? ਚੌਥਾ ਹੈ ਕਰਮਖੰਡ। ਸਰੂਰ ਵਾਲੀ ਰਹੱਸਮਈ ਦਸ਼ਾ ਉੱਤੇ ਅਬਰੇ ਰਹਿਮਤ ਭਾਵ ਬਖਸ਼ਿਸ਼ਾਂ ਦੇ ਮੀਂਹ ਵਰਦੇ ਨੇ ਤੇ ਆਤਮਾ ਆਪਣੇ ਵਿੱਚ ਰੱਬੀ ਬਖਸ਼ਿਸ਼ ਦਾ ਤਰਾਣ ਤਾਕਤ ਸ਼ਕਤੀ ਅਨੁਭਵ ਕਰਦੀ ਹੈ। ਧਰਮ ਦੀ ਕਮਾਈ ਤੇ ਗਿਆਨ ਦੀ ਵਿਸ਼ਾਲਤਾ ਤੋਂ ਜੋ ਵਿਸਮਾਦੀ ਸਰੂਰ ਵਾਲੀ ਦਸ਼ਾ ਬਣੀ ਸੀ ਉਸ ਉੱਤੇ ਵਾਹਿਗੁਰੂ ਜੀ ਦੀ ਮਿਹਰ ਭਰੀ ਸਵੱਲੀ ਨਜ਼ਰ ਉਸ ਨੂੰ ਹੋਰ ਰੂਪ ਚੜ੍ਹਦੀ ਹੈ ਤਾਂ ਕਿ ਰੂਪ ਨਾ ਕਥਨੇ ਜਾਏ ਅਤੇ ਉਹ ਵਾਹਿਗੁਰੂ ਦੀ ਅਪਾਰ ਮਹਿਮਾ ਕਰਨ ਵਿੱਚ ਪਹੁੰਚ ਜਾਂਦੀ ਹੈ। ਉਸ ਆਤਮਾ ਨੂੰ ਹੁਣ ਕਿਸੇ ਕਿਸਮ ਦਾ ਡਰ ਨਹੀਂ ਰਹਿੰਦਾ, ਭੈ ਨਹੀਂ ਰਹਿੰਦਾ। ਉਹ ਨਿਰਭਉ ਅਤੇ ਨਿਰਵੈਰ ਦੀ ਸਥਿਤੀ ਨੂੰ ਪੁੱਜੀ ਹੋਈ ਗਾਉਂਦੀ ਹੈ ਆਪ ਮੁਹਾਰੇ। ਸਭ ਕੋ ਮੀਤ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ। ਉਸ ਨੂੰ ਸਾਰੀ ਸ੍ਰਿਸ਼ਟੀ ਵਿੱਚ ਹੀ ਵਾਹਿਗੁਰੂ ਜੀ ਦਾ ਪਿਆਰ ਤੇ ਰਹਿਮਤ ਛਾਈ ਹੋਈ ਦਿਸਦੀ ਹੈ ਤੇ ਉਹ ਸਦਾ ਹੀ ਵਾਹਿਗੁਰੂ ਜੀ ਦੀਆਂ ਵਡਿਆਈਆਂ ਗਾਉਣ ਦੇ ਰਸ ਅੰਦਰ ਲੀਨ ਰਹਿੰਦੀ ਹੈ। ਤੇ ਪੰਜਵੀਂ ਸਟੇਜ ਹੈ ਸੱਚਖੰਡ। ਵਾਹਿਗੁਰੂ ਜੀ ਦੀ ਬਖਸ਼ਿਸ਼ ਦੀ ਪਾਤਰ ਆਤਮਾ ਨੂੰ ਸੋਲ ਸਪਿਰਿਟ ਨੂੰ ਨਿਰੰਕਾਰ ਦੀ ਜੋਤ ਹਰ ਥਾਂ ਭਰਪੂਰ ਦਿਸਦੀ ਹੈ। ਬਿਨ ਨਾਮੈ ਨਾਹੀ ਕੋ ਥਾਉ। ਤੇ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਵਾਹਿਗੁਰੂ ਜੀ ਸਦੀਵ ਕਾਲ ਮਿਹਰ ਭਰੀ ਦ੍ਰਿਸ਼ਟੀ ਨਾਲ ਸਭ ਨੂੰ ਤੱਕਦਾ ਹੈ ਤੇ ਨਿਹਾਲ ਕਰ ਰਿਹਾ। ਉਸ ਦੀ ਮਿਹਰ ਦੀ ਦ੍ਰਿਸ਼ਟੀ ਦਾ ਪਾਤਰ ਸਾਰਾ ਸੰਸਾਰ ਹੀ ਹੈ ਤੇ ਹਰ ਜਗ੍ਹਾ ਉਸ ਦਾ ਹੁਕਮ ਵਰਤ ਰਿਹਾ ਹੈ। ਬਾਹਰ ਹੁਕਮ ਨਾ ਕੋਏ ਤੇ ਸਮੁੱਚੀ ਰਚਨਾ ਉਸ ਦੇ ਹੁਕਮ ਦੀ ਕਾਰ ਵਿੱਚ ਲੱਗ ਰਹੀ ਹੈ ਤੇ ਵਾਹਿਗੁਰੂ ਜੀ ਖੁਦ ਆਪ ਇਸ ਸਾਰੀ ਲੀਲਾ ਨੂੰ ਪ੍ਰਸੰਨਤਾ ਭਰੀ ਦ੍ਰਿਸ਼ਟੀ ਦੇ ਨਾਲ ਤੱਕਦੇ ਨੇ। ਕਰ ਕਰ ਵੇਖੈ ਨਦਰ ਨਿਹਾਲ।
ਜਪਜੀ ਸਾਹਿਬ ਜੀ ਦੇ ਸ਼ੁਰੂ ਵਿੱਚ ਕਿਵ ਸਚਿਆਰਾ ਹੋਈ ਹੈ ਦੇ ਜਵਾਬ ਵਿੱਚ ਹੁਕਮ ਰਜ਼ਾਈ ਚੱਲਣਾ ਦੀ ਸੂਚਨਾ ਮਿਲੀ ਸੀ। ਸੱਚਖੰਡ ਦੀ ਅਵਸਥਾ ਪੁੱਜਿਆ ਮਨੁੱਖ ਮਹਿਸੂਸ ਕਰਦਾ ਹੈ, ਅਨੁਭਵ ਕਰਦਾ ਹੈ ਕਿ ਸਾਰੀ ਕਾਰ ਸੁਤੇ ਸਿੱਧ ਹੀ ਵਾਹਿਗੁਰੂ ਜੀ ਦੀ ਰਜ਼ਾ ਅੰਦਰ ਚੱਲ ਰਹੀ ਹੈ। ਇਸ ਲਈ ਰਜਾਈ ਦੇ ਹੁਕਮ ਵਿੱਚ ਚੱਲਣ ਦੀ ਆਰੰਭ ਵਿੱਚ ਮਿਲੀ ਸੂਚਨਾ ਉਸ ਦੇ ਲਈ ਸੂਚਨਾ ਨਹੀਂ ਰਹਿੰਦੀ, ਬਲਕਿ ਹੁਕਮ ਦੀ ਕਾਰ ਸਹਿਜ ਅਵਸਥਾ ਜਾਂ ਸੁਭਾਵਿਕ ਜੀਵਨ ਦੀ ਗੱਲ ਬਣ ਜਾਂਦੀ ਹੈ। ਜਿਵ ਜਿਵ ਹੁਕਮ ਤਿਵੇਂ ਤਿਵਕਾਰ। ਹੁਣ ਜੋ ਆਪਾਂ ਨੇ ਗੱਲਾਂ ਕੀਤੀਆਂ, ਇਸ ਸਾਰੇ ਕੁਛ ਦਾ ਸਮੁੱਚਾ ਭਾਵ ਕੀ ਹੈ? ਸ਼ਾਰਟ ਵਿੱਚ ਗੱਲ ਕੀ ਹੋਈ, ਉਹ ਵੀ ਆਪਾਂ ਸਾਂਝੀ ਕਰੀਏ। ਧਰਮ ਦੀ ਕਮਾਈ ਤੋਂ ਗਿਆਨ ਪ੍ਰਾਪਤੀ ਤੇ ਇਹਨਾਂ ਦੋਹਾਂ ਤੋਂ ਆਤਮਿਕ ਸਰੂਰ ਪੈਦਾ ਹੁੰਦਾ। ਐਸੇ ਸਰੂਰ ਅੰਦਰ ਗੁਣੂੰਦ ਆਤਮਾ ਅਕਾਲ ਪੁਰਖ ਦੀ ਬਖਸ਼ਿਸ਼ ਦੀ ਪਾਤਰ ਬਣ ਕੇ ਉਸ ਸਦਾ ਕਾਇਮ ਰਹਿਣ ਵਾਲੇ ਸੱਚ ਦੀ ਸਥਿਤੀ ਨੂੰ ਪ੍ਰਾਪਤ ਕਰਦੀ ਹੈ। ਜੋ ਪ੍ਰਸ਼ਨ, ਜੋ ਸਵਾਲ ਜਪਜੀ ਸਾਹਿਬ ਜੀ ਦੇ ਸ਼ੁਰੂ ਵਿੱਚ ਕਿਵ ਸਚਿਆਰਾ ਹੋਈ ਹੈ ਦੁਆਰਾ ਕੀਤਾ ਗਿਆ ਸੀ, ਉਸ ਦਾ ਸਹੀ ਜਵਾਬ ਵੀ ਇਹੋ ਆਤਮਿਕ ਉਸਾਰੀ ਜਾਂ ਇਵੋਲੂਸ਼ਨ ਆਫ ਸੋਲ ਇਹੀ ਹੈ। ਇਸ ਰਾਹੀਂ ਸੱਚ ਸਦਾ ਕਾਇਮ ਰਹਿਣ ਵਾਲੀ ਜਿਹੜੀ ਸਥਿਤੀ ਹੈ ਜਾਂ ਸੱਚ ਨਾਲ ਸੰਜੋਗ, ਜੋ ਮਿਲਾਪ ਹੈ, ਕਿਹੜਾ ਸੱਚ? ਇਹ ਜੋ ਅਸੀਂ ਟਰੁੱਥ ਕਈ ਵਾਰੀ ਕਹਿੰਦੇ ਉਹ ਨਹੀਂ ਹੈ। ਜੋ ਸੱਚ ਅਬਿਨਾਸ਼ੀ, ਸਦਾ ਕਾਇਮ ਰਹਿਣ ਵਾਲਾ, ਸਦਾ ਸਥਿਰ ਤੇ ਅਨੀਲ, ਭਾਵ ਕੂੜ ਕੁਸਤ ਦੀਆਂ ਮੈਲਾਂ ਤੋਂ ਪਾਕ ਪਵਿੱਤਰ, ਸਵਿਆਪੇ ਸਚਿਆਰ। ਪਰ ਇਸ ਉਸਾਰੀ ਦਾ ਸਮਾਂ ਸਾਰਾ ਜੀਵਨ ਕਾਲ ਹੈ। ਮਨੁੱਖ ਦੀ ਰੋਜ਼ਾਨਾ ਕੀਤੀ ਧਰਮ ਕਮਾਈ ਨਾਲ ਦੇ ਨਾਲ ਉਸ ਦੇ ਗਿਆਨ ਵਿੱਚ ਵਾਧਾ ਕਰਦੀ ਹੈ ਤੇ ਉਸ ਨੂੰ ਸਰੂਰ ਸਥਿਤੀ ਉੱਤੇ ਬਖਸ਼ਿਸ਼ ਭਾਵ ਨਦਰ ਹੁੰਦੀ ਹੈ ਤੇ ਉਹ ਮਨੁੱਖ ਸਚਿਆਰ ਹੋ ਜਾਂਦਾ ਹੈ। ਇਹ 24 ਘੰਟੇ ਦਾ ਸਮਾਂ ਮਨੁੱਖ ਲਈ ਇਹਨਾਂ ਸਾਰੀਆਂ ਸਥਿਤੀਆਂ ਵਿੱਚੋਂ ਗੁਜ਼ਰਨ ਦਾ ਮੌਕਾ ਪੈਦਾ ਕਰਦਾ ਹੈ। ਮਨੁੱਖ ਹਰ ਰੋਜ਼ ਧਰਮ ਦੀ ਕਾਰ ਅਤੇ ਗਿਆਨ, ਸਰੂਰ, ਬਖਸ਼ਿਸ਼ ਦੀਆਂ ਹਾਲਤਾਂ ਵਿੱਚੋਂ ਲੰਘਦਾ ਹੋਇਆ ਅੰਮ੍ਰਿਤ ਵੇਲਾ, ਸੱਚ ਨਾਉ, ਵਡਿਆਈ ਵਿਚਾਰ ਵਿੱਚ ਅਡੋਲ ਟਿਕ ਬੈਠੇ ਤਾਂ ਉਹ ਸਹਿਜ ਸੁਭਾਅ ਸੱਚ ਵਿੱਚ ਜੁੜਿਆ ਪ੍ਰਤੀਤ ਕਰੇਗਾ ਤੇ ਨਿਤਾ ਪ੍ਰਤੀ ਦਾ ਪਕਾਇਆ ਅਜਿਹਾ ਅਭਿਆਸ ਗੁਰੂ ਸਾਹਿਬ ਜੀ ਦੇ ਬਚਨਾਂ ਦੇ ਮੁਤਾਬਕ ਉਸ ਨੂੰ ਨਿਸ਼ਚੇ ਤੌਰ ਤੇ ਸੱਚਖੰਡ ਦਾ ਵਾਸੀ ਬਣਾ ਦੇਵੇਗਾ। ਇਹ ਹੈ ਗੁਰੂ ਸਾਹਿਬ ਜੀ ਦੇ ਬਚਨ, ਜੋ ਗੁਰੂ ਸਾਹਿਬ ਜੀ ਨੇ ਸਾਨੂੰ ਸਮਝਾਏ ਨੇ, ਦੱਸੇ ਨੇ। ਇਹ ਗੱਲ ਵੱਖਰੀ ਹੈ ਕਿ ਸਾਨੂੰ ਨਹੀਂ ਸਮਝ, ਇਹ ਸਾਡਾ ਕਸੂਰ ਹੈ। ਵਾਹਿਗੁਰੂ ਮਿਹਰ ਕਰੇ ਅਸੀਂ ਉਸ ਗੁਰੂ ਦੇ ਬਚਨਾਂ ਨੂੰ ਹਿਰਦੇ 'ਚ ਵਸਾ ਕੇ ਜਿਹੜਾ ਇਵੋਲੂਸ਼ਨ ਆਫ ਸੋਲ, ਭਾਵ ਅਸੀਂ ਆਤਮਿਕ ਉਸਾਰੀ ਕਰਨੀ ਹੈ, ਗੁਰੂ ਮਹਾਰਾਜ
ਸਾਨੂੰ ਬਲ ਬਖਸ਼ਣ, ਸੁਮਤ ਬਖਸ਼ਣ। ਹੋਈਆਂ ਗਲਤੀਆਂ ਦੀ ਖਿਮਾ ਵਾਹਿਗੁਰੂ ਮਿਹਰ ਕਰੇ। ਕੋਸ਼ਿਸ਼ ਕੀਤੀ ਗਈ ਹੈ ਜੋ ਗੁਰਮਤ ਸਿਆਣਿਆਂ ਦੀ ਸੰਗਤ ਦੇ ਨਾਲ ਸਮਝ ਲੱਗੀ ਉਹਨੂੰ ਬਿਆਨ ਕਰਨ ਦੀ। ਇਹ ਜੋ ਆਵਾਜ਼ ਤੁਸੀਂ ਸੁਣ ਰਹੇ ਹੋ, ਇਹ ਆਵਾਜ਼ ਰੇਡੀਓ ਸਿੰਘਨਾਥ ਦੀ ਆ। ਰੇਡੀਓ ਸਿੰਘਨਾਥ ਤੋਂ ਅੱਜ 2 ਪੋਹ ਸੰਮਤ 555 ਨਾਨਕਸ਼ਾਹੀ ਦੇ ਮੁਤਾਬਕ ਦਿਨ ਹੈ ਜੀ ਸ਼ੁੱਕਰਵਾਰ 15 ਦਸੰਬਰ 2023। ਸ਼ਾਮ ਦੇ ਗੁਰਬਾਣੀ ਵਿਚਾਰ ਪ੍ਰੋਗਰਾਮ ਪੇਸ਼ ਕੀਤੇ ਜਾ ਰਹੇ ਨੇ ਤੇ ਤੁਹਾਡੀ ਸੇਵਾ 'ਚ ਹਾਜ਼ਰ ਹੈ ਜਸਵੀਰ ਸਿੰਘ। ਸਾਰੇ ਹੀ ਸਰੋਤਿਆਂ ਵੱਲੋਂ ਜੋ ਸੁਖ ਸੁਨੇਹੇ, ਅਰਦਾਸਾਂ, ਬੇਨਤੀਆਂ ਉਸ ਮਾਲਕ ਦੇ ਚਰਨਾਂ 'ਚ ਕੀਤੀਆਂ ਗਈਆਂ, ਪਿਛਲੇ ਸਮੇਂ 'ਚ ਬਹੁਤ ਬਹੁਤ ਧੰਨਵਾਦ। ਗੁਰੂ ਮਹਾਰਾਜ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਤੇ ਜਿਹੜੇ ਤੁਹਾਡੇ ਸੁਨੇਹੇ ਆਏ ਉਹ ਵੀ ਮੈਂ ਸਾਂਝੇ ਕਰਦਾ ਜਾਵਾਂ। ਸਰਦਾਰ ਰੁਪਿੰਦਰ ਸਿੰਘ ਜੀ ਥਿੰਦ ਫਤਿਹ ਸਾਂਝੀ ਕਰ ਰਹੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਅਜਮੇਰ ਸਿੰਘ ਜੀ ਕੋਵੈਂਟਰੀ ਤੋਂ ਕਹਿੰਦੇ ਨੇ ਗੁੱਡ ਜੋਬ ਜੀ। ਥੈਂਕ ਯੂ ਭਾਈ ਸਾਹਿਬ, ਬਹੁਤ ਬਹੁਤ ਧੰਨਵਾਦ। ਸਵਿਟਜ਼ਰਲੈਂਡ ਤੋਂ ਸਾਡੇ ਵੀਰ ਜੀ ਸਰਦਾਰ ਗੁਰਦੇਵ ਸਿੰਘ ਕਹਿੰਦੇ ਨੇ ਵਾਹਿਗੁਰੂ ਜੀ ਚੜ੍ਹਦੀ ਕਲਾ 'ਚ ਰੱਖੇ। ਥੈਂਕ ਯੂ ਜੀ। ਤੇ ਇਸੇ ਤਰ੍ਹਾਂ ਸਾਡੇ ਵੀਰ ਜੀ ਸਰਦਾਰ ਰਣਜੀਤ ਸਿੰਘ ਜੀ ਅਸਲੀ ਰਾਣਾ ਅਸੀਸਾਂ ਦੇ ਰਹੇ ਨੇ, ਬਹੁਤ ਬਹੁਤ ਧੰਨਵਾਦ। ਜਸਵਿੰਦਰ ਸਿੰਘ ਜੀ ਖਾਲਸਾ, ਬਹੁਤ ਬਹੁਤ ਧੰਨਵਾਦ। ਗੁਰੂ ਮਹਾਰਾਜ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਤੇ ਸਰਦਾਰ ਆਤਮਜੀਤ ਸਿੰਘ ਜੀ, ਤੁਹਾਡਾ ਵੀ ਧੰਨਵਾਦ। ਤੇ ਇਸੇ ਤਰ੍ਹਾਂ ਜੀ ਲੁਧਿਆਣੇ ਤੋਂ ਸਾਡੇ ਵੀਰ ਜੀ ਸਰਦਾਰ ਮਨਜਿੰਦਰ ਸਿੰਘ ਜੀ ਥਿੰਦ, ਥੈਂਕ ਯੂ ਵੈਰੀ ਮਚ। ਮੇਰੇ ਪਾਤਸ਼ਾਹ ਰਹਿਮਤਾਂ ਕਰਨ। ਭੁਪਿੰਦਰ ਸਿੰਘ ਜੀ ਬ੍ਰਿਸਟਲ ਤੋਂ, ਬਹੁਤ ਬਹੁਤ ਧੰਨਵਾਦ। ਸਰਦਾਰ ਪ੍ਰਭਦੀਪ ਸਿੰਘ ਜੀ, ਥੈਂਕ ਯੂ ਵੈਰੀ ਮਚ। ਸਰਦਾਰ ਮਨਜਿੰਦਰ ਸਿੰਘ ਜੀ ਚਾਲ, ਥੈਂਕ ਯੂ ਜੀ। ਸਰਦਾਰ ਉਪਿੰਦਰ ਸਿੰਘ ਜੀ ਚੱਗਰ, ਥੈਂਕ ਯੂ ਜੀ। ਤੇ ਸਰਦਾਰ ਅਮਰੀਕ ਸਿੰਘ ਜੀ ਮੁਜਰਾਲ, ਥੈਂਕ ਯੂ। ਕਮਲਜੀਤ ਜੀ, ਬਹੁਤ ਬਹੁਤ ਧੰਨਵਾਦ। ਕੰਵਰ ਰਣਵੀਰ ਸਿੰਘ ਜੀ, ਬਹੁਤ ਬਹੁਤ ਧੰਨਵਾਦ। ਕਰਨ ਸਿੰਘ ਜੀ, ਥੈਂਕ ਯੂ ਵੈਰੀ ਮਚ। ਗੁਰੂ ਮਹਾਰਾਜ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਇਸ ਤੋਂ ਸਾਡੇ ਸਤਿਕਾਰਯੋਗ ਵੀਰ ਜੀ ਸਰਦਾਰ ਚਮਕੌਰ ਸਿੰਘ ਜੀ, ਥੈਂਕ ਯੂ ਵੈਰੀ ਮਚ, ਬਹੁਤ ਬਹੁਤ ਧੰਨਵਾਦ। ਗੁਰੂ ਮਹਾਰਾਜ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਤੇ ਕੋਸ਼ਿਸ਼ ਹੈ ਕਿ ਕੱਲ੍ਹ ਨੂੰ ਵੀ ਪ੍ਰੋਗਰਾਮ ਨੋਰਮਲ ਹੋਵੇ। ਸਵੇਰੇ ਜੋ 7 ਵਜੇ ਆਪਾਂ ਪ੍ਰੋਗਰਾਮ ਕਰਦੇ ਹਾਂ। ਮੇਰੇ ਪਾਤਸ਼ਾਹ ਰਹਿਮਤਾਂ ਕਰਨ। ਤੇ ਅੱਜ ਦੀ ਇੰਨੀ ਕੁ ਸੇਵਾ ਪ੍ਰਵਾਨ ਕਰਿਓ। ਬਾਕੀ ਜੋ ਉਸ ਮਾਲਕ ਦੇ ਹੱਥ ਹੈ ਉਸ ਦਾ ਕੋਟਾਨ ਕੋਟ ਧੰਨਵਾਦ। ਲਓ ਜੀ, ਫਤਿਹ ਦੀ ਸਾਂਝ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।